बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फार्मिंग टिप्स यूट्यूब चैनल में खुशामदीद। दोस्तों, इस वक्त एक बड़े भैंसों के फार्म पर मौजूद हूँ। शबीर जट साहब का ये फार्म है। माशाल्लाह 80 के करीब इनके पास भैंसे हैं। आज की इस वीडियो में शबीर साहब के तजर्बाकार मुलाजम भैंसों के कारोबार के हवाले से बहुत मुफीद और अहम गुफ्तगू करेंगे। इनके जो तजर्बाकार मुलाजम है उनका कहना है कि लुड्डन की जो भैंस है वो नंबर 1 है। इससे पहले जितनी भी वीडियोस बनाई हैं उनके जो ओनर थे उनका कहना था कि नीली या रावी की जो भैंस है वो नंबर 1 है। तो आज इनसे मालूम किया जाएगा कि लुड्डन में ऐसी कौन सी खास बात है कि ये लुड्डन को नंबर 1 कहते हैं। इसके अलावा जानवरों की खरीदारी के हवाले से अच्छे अच्छे टिप्स लिए जाएंगे। जानवरों के अखराजात और मुनाफा के हवाले से गुफ्तगू करेंगे। इसके अलावा इनके पास जानवरों की बीमारियों के जो देसी टोटका जात हैं उनसे भी आगाही हासिल की जाएगी। वीडियो को मुकम्मल लाजमी देखें, इंशाअल्लाह अज़्वजल फायदा जरूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम। अंकल जी की हाल है? ठीक ठाक जी। सब तो पहले अपना नाम दस दियो। फयाज हाँ जी। फयाज साहब किन्ने साल तो मज्जां दा कारोबार करदे हो पे? इन्हां कोल 5 साल हो गए। ते इस तो पहले किन्ना तजर्बा है तुहाडा? साडा ये तजर्बा 20 साल हो गई जो डंगरां दा काम करदे हैं। माशाल्लाह 20 साल दा तुहाडा तजर्बा है। हाँ जी। जानवरां दे काम विच फायदा हुंदा है कि नुकसान दा भी कोई खतरा हुंदा है? नहीं फायदा है बड़ा। फायदा किस तरह लै सकने आ? दुध और इन्हां दे जेहड़े बच्चे ने ਉਹ सेल करके लै सकने आ? हाँ जी। ठीक है। माशाल्लाह 20 साल तो तुसी जानवरां दा काम करदे हो पे। हाँ जी। ज्यादा फायदा मज्जां दिंदियां ने या गावां दिंदियां ने? नहीं मज्जां बड़ा फायदा देंदी है। गावां च फायदा कम है? कम है। ਉਹ की वजह गावां च क्यों फायदा कम है? ਉਹਦਾ ਦੁੱਧ ਨਹੀਂ ਹੈਗਾ ਵਿਕਦਾ। अच्छा, ਜਿਹੜੇ ਉਹਨਾਂ ਦੇ ਜਾ ਹੁੰਦੇ ਨੇ ਉਹ ਜਲਦੀ ਨਹੀਂ ਜਵਾਨ ਹੋ ਜਾਂਦੇ? ਜਲਦੀ ਹੁੰਦੇ ਨੇ ਬਈ, ਇਹਨਾਂ ਦੇ ਜਾ ਮਹਿੰਗੇ ਹੁੰਦੇ ਨੇ, ਉਹ ਸਸਤੇ। ਅੱਛਾ, ਜਿਹੜੇ ਮੱਝਾਂ ਦੇ ਜਾ ਨੇ ਉਹ ਮਹਿੰਗੇ ਨੇ ਤੇ ਗਾਵਾਂ ਦੇ ਜਾ ਸਸਤੇ ਨੇ? ਸਸਤੇ ਨੇ ਜੀ। ਇਸ ਟਾਈਮ ਤੁਹਾਡੇ ਕੋਲ ਕਿੰਨੀਆਂ ਮੱਝਾਂ ਨੇ? ਸਾਡੇ ਕੋਲ ਇਹ 80 ਮੱਝਾਂ। ਮਾਸ਼ਾਅੱਲਾ, ਕਿਹੜੀ ਕਿਹੜੀ ਨਸਲ ਦੀਆਂ ਜੇ? ਇਹ ਰਾਵੀ ਤੇ ਨੀਲੀ ਦੀਆਂ ਤੇ ਲੁੱਡਣ ਦੀਆਂ। ਇਹ 3 ਨਸਲਾਂ ਨੇ, ਨੀਲੀ, ਰਾਵੀ ਤੇ ਲੁੱਡਣ। ਹਾਂਜੀ। ਜਿਹੜੀ ਲੁੱਡਣ ਦੀ ਮੱਝ ਹੈ ਉਹਦੀ ਕੀ ਪਛਾਣ ਹੈ? ਇੱਕ ਆਮ ਬੰਦੇ ਨੂੰ ਕਿੰਜ ਪਤਾ ਲੱਗੇਗਾ ਕਿ ਇਹ ਮੱਝ ਲੁੱਡਣ ਦੀ ਹੈ? ਉਹ ਲੁੱਡਣ ਦੀ ਉਹਨਾਂ ਦੇ ਸਿੰਘ ਵਿੱਚ ਵੱਜੇ ਹੋਏ ਨੇ, ਫੁੱਲੀ ਕਨੀਆਂ ਲਾਂਬੀਆਂ, ਕਨੀਆਂ ਕੰਨ। ਹਾਂਜੀ। ਉਹ ਲੰਮੀਆਂ ਲੰਮੀਆਂ। ਤੇ ਜਿਹੜੀ ਚਮੜੀ ਹੈ ਉਹ ਕਿਸ ਉਹ ਕਿਸ? ਬਰੀਕ ਹੋਏ। ਅੱਛਾ, ਚਮੜੀ ਬਰੀਕ ਹੈ। ਹਾਂਜੀ। ਤੇ ਸਿੰਘ? ਸਿੰਘ ਕਸਤੂਰ ਕੁੱਡੇ ਵਿੱਚ। ਇਹ ਤੇ ਜਿਹੜੀਆਂ ਅੱਖਾਂ ਨੇ? ਅੱਖਾਂ ਚਿੱਟੀਆਂ। ਠੀਕ ਹੈ। ਤੁਹਾਡੇ ਖਿਆਲ ਨਾਲ ਚੰਗੀ ਮੱਝ ਲੁੱਡਣ ਦੀ ਹੈ, ਨੀਲੀ ਦੀ ਹੈ ਜਾਂ ਰਾਵੀ ਦੀ ਹੈ? ਇਹ ਅਸਲ 1 ਨੰਬਰ ਲੁੱਡਣ ਦੀ ਹੈ, ਚੰਗੀ ਹੈ। ਇੱਕ ਦੁੱਧ ਬਹੁਤਾ ਦਿੰਦੀ ਹੈ ਉੱਥੋਂ ਦੀ। ਇਹ ਲੁੱਡਣ ਦੀ ਮੱਝ ਤੋਂ ਜ਼ਿਆਦਾ ਦਿੰਦੀ ਹੈ? ਜ਼ਿਆਦਾ ਦਿੰਦੀ। ਅਸੀਂ ਇਸ ਤੋਂ ਪਹਿਲੇ ਕਾਫੀ ਜ਼ਿਆਦਾ ਜਗ੍ਹਾ ਤੇ ਗਏ ਆ, ਲੋਕ ਕਹਿੰਦੇ ਨੇ ਕਿ ਨੀਲੀ ਦੀ ਮੱਝ ਚੰਗੀ ਹੈ। ਤੁਸੀਂ ਕਹਿੰਦੇ ਹੋ ਕਿ ਲੁੱਡਣ ਦੀ ਚੰਗੀ ਹੈ? ਲੁੱਡਣ ਦੀ ਚੰਗੀ ਹੈ, ਉਹ ਨੀਲੀ ਤੋਂ ਵੱਧ ਗਈ ਹੈ ਨਾ ਲੁੱਡਣ ਦੀ। ਅੱਛਾ, ਯਾਨੀ ਕਿ ਲੁੱਡਣ ਦੀ ਦੁੱਧ ਜ਼ਿਆਦਾ ਦਿੰਦੀ ਹੈ? ਹਾਂਜੀ। ਚੰਗੀ ਮੱਝ ਜਿਹੜੀ ਲੁੱਡਣ ਦੀ ਉਹ ਕਿੰਨਾ ਦੁੱਧ ਦਿਹੜਦੀ ਹੈ? ਉਹ ਅਸਾਂ ਤੋਂ 10 ਕਿਲੋ ਸ਼ਾਮੀ ਦਿੰਦੀ ਹੈ, 10 ਸਵੇਰ। ਯਾਨੀ ਕਿ 20 ਕਿਲੋ ਦੁੱਧ ਦਿੰਦੀ ਹੈ। ਇਹ ਜਿਹੜੀ 20 ਕਿਲੋ ਦੁੱਧ ਦੇਣ ਵਾਲੀ ਮੱਝ ਕਿੰਨੇ ਕੁ ਦੀ ਮਿਲ ਜਾਂਦੀ ਹੈ? ਅਸਾਂ ਇੱਥੋਂ ਲਈਆਂ ਨਾ 2.5 ਲੱਖ ਦੀ। ਇਹ ਸਿਆਲਕੋਟ ਹੀ? ਨਹੀਂ ਉੱਥੋਂ ਲੈ ਆਂਦੀ ਹੈ ਲੁੱਡਣ ਤੋਂ। ਤੇ ਅਗਰ ਸਿਆਲਕੋਟ ਲੈਂਦੇ ਫਿਰ ਮਹਿੰਗੀ ਮਿਲਣੀ ਸੀ? ਇੱਥੇ ਮਹਿੰਗੀ 3 ਲੱਖ ਦੀ ਹੋਵੇ। ਅੱਛਾ, ਯਾਨੀ ਕਿ ਉਧਰੋਂ ਜਿਹੜੇ ਲੈ ਕੇ ਆਉਂਦੇ ਨੇ ਇੱਥੇ ਆ ਕੇ ਮਹਿੰਗੀ ਸੇਲ ਕਰਦੇ ਨੇ? 50,000 ਮੰਗੇ ਦਿੰਦੇ ਨੇ। ਅੱਛਾ, ਜਦੋਂ ਇੱਕ ਆਮ ਬੰਦਾ ਮੱਝ ਲੈਣ ਜਾਏ, ਮੱਝ ਦੀ ਕਿਹੜੀ ਕਿਹੜੀ ਚੀਜ਼ ਚੈੱਕ ਕਰਕੇ ਮੱਝ ਲੇ? ਮੱਝ ਦਾ ਹਵਾਨਾ ਚੈੱਕ ਕਰ ਲੈ, ਮਗਲਾ ਪਿੱਛਾ ਬਈ 12 ਹੈ, ਹੌਲਾ ਹੈ, ਉਹ ਬਾਰੇ ਪਿੱਛੇ ਵਾਲੀ ਲੈਣੀ ਚਾਹੀਦੀ, ਜਿਹੜੀ ਦਮਾਂ ਦਾ ਚੰਗਾ ਪਿੱਛਾ ਉਹ ਚੰਗੀ ਹੁੰਦੀ ਹੈ? ਉਹ ਬਹੁਤ ਚੰਗੀ। ਤੇ ਕਿੰਨੀ ਦਫਾ ਚਵਾਈ ਕਰਾ ਲੈਣੀ ਚਾਹੀਦੀ ਹੈ? ਅਸਾਂ ਤਾਂ ਦੋ ਵੇਰੀ ਕਰਨੇ ਆ, ਸਵੇਰ ਤੇ ਸ਼ਾਮ? ਸਵੇਰ ਸ਼ਾਮ। ਮੱਝ ਚੰਗੀ ਮੰਡੀ ਵਿੱਚੋਂ ਮਿਲਦੀ ਜਾਂ ਪਿੰਡਾਂ 'ਚ ਫਿਰ ਕੇ? ਪਿੰਡਾਂ 'ਚ ਫਿਰਤੇ ਉਤੋਂ ਚੰਗੀ ਲੱਗੇ। ਉਹ ਚੰਗੀ ਮਿਲਦੀ? ਹਾਂ, ਇੱਥੇ ਵਪਾਰੀ ਜਿਹੜੇ ਉਤੋਂ ਲੈਣੀ ਹੈ ਨਾ, ਵਪਾਰੀ ਬੜੀ ਮਹਿੰਗੀ ਦਿੰਦੇ, ਖੜ ਮਾਰ ਤੇ ਦੇਵਣੇ ਦਾ ਟਾਈਮ ਉਹਨੂੰ ਲਾ ਤੇ ਉੱਥੇ ਟਾਈਮ ਨਹੀਂ ਲੈਂਦੇ ਪਿੰਡਾਂ 'ਚ। ਜਿਹੜਾ ਮੱਝਾਂ ਦਾ ਕੰਮ ਹੈ ਇਹਦੇ ਵਿੱਚ ਕੋਈ ਮੁਸ਼ਕਲਾਤ ਪਰੇਸ਼ਾਨੀਆਂ ਵੀ ਹੁੰਦੀਆਂ ਨੇ? ਨਹੀਂ, ਸਾਨੂੰ ਤਾਂ ਪਰੇਸ਼ਾਨੀ ਕੋਈ ਨਹੀਂ ਨਾ, ਆਦਾ ਪੈੜੀ ਆਪਣੀ ਹੈ ਨਾ, ਜ਼ਮੀਨ ਆਪਣੀ ਹੈ, ਪਰੇਸ਼ਾਨੀ ਕੋਈ ਨਹੀਂ। ਹਾਂਜੀ। 80 ਜਾਨਵਰਾਂ ਨੂੰ ਕਿੰਨੇ ਬੰਦੇ ਸੰਭਾਲਦੇ ਹੋ ਪਏ? ਅਸਾਂ 5 ਬੰਦੇ ਸੰਭਾਲਦੇ ਪਏ। ਇਹ 5 ਮੁਲਾਜ਼ਮ ਨੇ? ਹਾਂ 5। ਜਿਹੜਾ ਮਾਲਕ ਹੈ ਉਹ ਆਪੀ ਵੀ ਉੱਤੇ ਨਾਲ ਹੁੰਦੇ ਨੇ ਕਿ ਨਹੀਂ? ਨਹੀਂ ਉਹ ਕੋਈ ਨਹੀਂ ਹੁੰਦਾ। ਠੀਕ ਹੈ, ਯਾਨੀ ਕਿ ਇਸ ਫਾਰਮ ਦੇ ਜਿਹੜੇ ਮਾਲਕ ਨੇ ਉਹਨਾਂ ਸਾਰਾ ਕੰਮ ਮੁਲਾਜ਼ਮਾਂ ਤੇ ਛੱਡਿਆ? ਹਾਂਜੀ। ਇੱਕ ਮੁਨਸ਼ੀ ਆ ਸ਼ਬੀਰ,
ਜ਼ਬਰਦਸਤ ਹੋ ਗਿਆ। 80 ਜਾਨਵਰਾਂ ਵਾਸਤੇ ਕਿੰਨੇ ਕਿੱਲੇ ਪੱਠੇ ਕਾਫੀ ਹੁੰਦੇ ਨੇ? 12 ਕਿੱਲੇ ਆ। 12 ਕਿੱਲੇ ਕਾਫੀ ਨੇ। ਬੜੇ ਨੇ। ਤੇ ਇਸ ਟਾਈਮ ਕਿੰਨੇ ਜਾਨਵਰ ਦੁੱਧ ਦੇ ਰਹੇ ਜੇ? ਇਹ 40 ਮੱਝਾਂ ਦੇਂਦੀਆਂ ਭਾਈ। 12 ਮਨ ਤੁਸੀਂ 12 ਕਿੱਲੇ ਦੱਸਿਆ ਕਿ ਪੱਠੇ ਕਾਫੀ ਨੇ 80 ਜਾਨਵਰਾਂ ਵਾਸਤੇ। ਤੇ ਜ਼ਮੀਨ ਆਪਣੀ ਹੈ ਕਿ ਠੇਕੇ ਤੇ ਲਈ? ਨਹੀਂ, ਜ਼ਮੀਨ ਆਪਣੀ ਹੈ ਫਿਰ 70 ਕਿੱਲਾ। ਤੇ ਤੁਸੀਂ ਕੋਈ 12-14 ਕਿੱਲੇ ਪੱਠੇ ਕਾਸ਼ਤ ਕੀਤੇ ਨੇ ਅੰਨੇ ਜਾਨਵਰਾਂ ਵਾਸਤੇ? ਹਾਂਜੀ। ਜ਼ਬਰਦਸਤ ਹੋ ਗਿਆ। ਇਹ ਜਿਹੜਾ ਤੁਹਾਡਾ ਸ਼ੈੱਡ ਹੈ, ਇਹ ਸ਼ੈੱਡ ਦੀ ਲੰਬਾਈ ਕਿੰਨੀ ਹੈ ਤੇ ਚੌੜਾਈ ਕਿੰਨੀ ਹੈ? 150 ਫੁੱਟ ਲੰਬਾਈ ਹੈ। ਅੱਛਾ। ਤੇ 20 ਫੁੱਟ ਚੌੜਾਈ ਹੈ। ਤੇ ਇਹਦੇ ਅੰਦਰ ਕਿੰਨੇ ਜਾਨਵਰ ਆਈ ਜਾਂਦੇ ਨੇ? 80। ਇਹ ਸਕੂਨ ਨਾਲ ਆਈ ਜਾਂਦੇ ਨੇ? ਸਕੂਨ ਨਾਲ। ਤੇ ਇਹ ਤੁਹਾਡਾ ਜਿਹੜਾ ਫਾਰਮ ਹੈ ਮਾਸ਼ਾਅੱਲਾ ਕਾਫੀ ਵਸੀ ਰਕਬੇ ਤੇ ਮੁਹੀਤ ਹੈ। ਟੋਟਲ ਜਿਹੜਾ ਫਾਰਮ ਹੈ ਟੋਟਲ ਕਿੰਨਾ ਏਰੀਆ ਹੈ, ਕਿੰਨਾ ਰਕਬਾ ਹੈ? 2 ਕਿੱਲੇ। 2 ਕਿੱਲੇ? ਹਾਂ। ਇਹ ਸ਼ੈੱਡ ਤੋਂ ਪਿੱਛੇ ਬੈਕ ਸਾਈਡ ਤੇ ਵੀ ਆਵੇ? ਹਾਂਜੀ। ਉਹ ਵੀ ਵਿੱਚ ਸ਼ਾਮਲ ਕਰਕੇ? ਹਾਂ, 1.5 ਕਿੱਲਾ ਹੈ ਸ਼ੈੱਡ ਵਾਲਾ। ਅੱਛਾ। ਅਤੇ ਵੀਗਾ ਉਹ 2 ਕਿੱਲੇ। 2 ਕਿੱਲੇ। ਹਾਂਜੀ। ਠੀਕ ਹੈ। ਇਹ ਦੱਸੋ ਤੁਸੀਂ ਆਪਣੇ ਜਾਨਵਰਾਂ ਦੀ ਰੋਜ਼ਾਨਾ ਦੀ ਕੀ ਰੂਟੀਨ ਰੱਖੀ ਹੈ? ਉਹਨਾਂ ਨੂੰ ਸਬਜ਼ ਚਾਰੇ, ਤੂੜੀ, ਵੰਡੇ ਚ ਕੀ ਕੀ ਦਿੰਦੇ ਹੋ? ਵੰਡੇ ਦੇ ਵਿੱਚ ਅਸਾਂ ਜਨਾਬ ਖਲ ਕੌੜੀ, ਮਿੱਠੀ ਖਲ ਤੇ ਮਰਚਾਂ ਦੇਣੀਆਂ, ਵਸਲ ਦੇਣੇ, ਮਸਾਲਾ ਦੇਣਾ। ਇਹ ਜਿਹੜੀਆਂ ਮਰਚਾਂ ਦੇ ਮਸਾਲਾ ਨੇ ਰੋਜ਼ਾਨਾ ਦਿੰਦੇ ਹੋ? ਨਹੀਂ, 8 ਦਿਨਾਂ ਤੋਂ ਬਾਅਦ। 8 ਦਿਨਾਂ ਤੋਂ ਬਾਅਦ? ਤੇ ਵੰਡਾ ਇੱਕ ਜਾਨਵਰ ਨੂੰ ਰੋਜ਼ਾਨਾ ਦਾ ਕਿੰਨਾ ਦਿੰਦੇ ਹੋ? ਤੇ 3 ਕਿਲੋ। ਇਹ ਜਿਹੜੇ ਦੁੱਧ ਦੇਣ ਵਾਲੇ ਜਾਨਵਰ ਨੇ ਸਿਰਫ ਉਹਨਾਂ ਨੂੰ ਜਾਂ ਸਾਰਿਆਂ ਨੂੰ? ਨਹੀਂ, ਇੱਕ ਜੇ 2 ਕਿਲੋ 3 ਕਿਲੋ ਇੱਥੇ ਘਟਣਾ। ਇਹ ਦੁੱਧ ਦੇਣ ਵਾਲਿਆਂ ਨੂੰ? ਹਾਂਜੀ, ਦੁੱਧ ਦੇਣਾ। ਠੀਕ ਹੈ। ਤੇ ਪੱਠੇ ਕੀ ਇਹਨਾਂ ਨੂੰ ਪਾਉਂਦੇ ਹੋ? ਚਰੀ, ਔਰ ਕਮਾਂਦ, ਮੱਕੀ ਤੇ ਤੂੜੀ ਵਿੱਚ? ਤੂੜੀ। ਠੀਕ ਹੈ। ਹਾਂਜੀ। ਇਹ ਰੋਜ਼ਾਨਾ ਦਾ ਇੱਕ ਜਾਨਵਰ ਤੇ ਕਿੰਨਾ ਖਰਚਾ ਆਈ ਜਾਂਦਾ? 300। ਇਹ ਸਾਰਾ ਟੋਟਲ ਕੀ ਵੰਡੇ ਜਾਂ ਪੱਠਿਆਂ ਦਾ ਦੱਸ ਦਿਓ? ਨਹੀਂ, ਵੰਡੇ ਦਾ 300 ਹੈ, ਸਾਰਾ ਖਰਚਾ 300 ਹੁੰਦਾ। 300 ਹੁੰਦਾ? ਹਾਂ, 300। ਠੀਕ ਹੈ। ਜਿਹੜੀ ਮੱਝ 300 ਖਰਚਾ ਕਰਾਂਦੀ ਏ ਉਹ ਤੁਹਾਨੂੰ ਕਿੰਨੀ ਕੁ ਬਚਤ ਦੇਈ ਜਾਂਦੀ ਹੈ? ਬਚਤ 100 ਰੁਪਏ ਦੁੱਧ ਦੇ। ਅੱਛਾ। ਤੇ ਜਨਾਬ 10 ਕਿਲੋ ਮਾਂ ਦੁੱਧ ਦਿੰਦੀ ਸ਼ਾਮੀ ਤੇ 10 ਸਵੇਰ 8 ਕਰ ਦਿੰਦੀ ਹੈ। ਅੱਛਾ, ਯਾਨੀ ਇਹ 8-10 ਤਕਰੀਬਨ 17-18 ਕਿਲੋ ਦੁੱਧ ਦਿੰਦੀ ਹੈ। ਹਾਂਜੀ। ਇੱਕ ਮੱਝ ਪਿੱਛੋਂ ਤੁਹਾਨੂੰ ਇਹਦਾ ਮਤਲਬ ਹੈ ਕਿ ਅਗਰ ਮੱਝ ਦੁੱਧ ਜ਼ਿਆਦਾ ਦਿੰਦੀ ਹੋਏ ਤੇ ਕੋਈ 1300-1400 ਬਚਤ ਆ ਜਾਂਦੀ ਹੈ। 1500-1600 ਇਤਾ ਬਚਤ ਆ ਜਾਂਦੀ। ਤੇ ਜਿਹੜੀਆਂ ਮੱਝਾਂ ਦੁੱਧ ਤੁਹਾਡੀਆਂ ਕੰਮ ਦਿੰਦੀਆਂ ਨੇ ਉਹ ਮੱਝਾਂ ਸੇਲ ਕਰ ਛੱਡਦੇ ਹੋ ਕਿ ਇੱਥੇ ਫਾਰਮ ਤੇ ਰੱਖਦੇ ਹੋ? ਨਹੀਂ, ਫਾਰਮ ਤੇ ਰੱਖਨੇ ਆ, ਉਹ ਮੁੜ ਸੂਪ ਆਉਂਦੀ ਹੈ। ਅੱਛਾ ਬਈ, ਮੁੜ ਸੂ ਪੈਂਦੀਆਂ ਨੇ? ਹਾਂਜੀ। ਵੇਚਦੇ ਨਹੀਂ? ਨਹੀਂ, ਵੇਚਣੀ ਨਹੀਂ। ਇਸ ਟਾਈਮ ਕਿੰਨੇ ਜਾਨਵਰ ਦੁੱਧ ਦਿੰਦੇ ਜੇ? 40। 40 ਜਾਨਵਰਾਂ ਦਾ ਰੋਜ਼ਾਨਾ ਦਾ ਕਿੰਨਾ ਦੁੱਧ ਹੋ ਜਾਂਦਾ? ਇਹ ਜਨਾਬ 6 ਮਣ ਸ਼ਾਮੀ, 6 ਮਣ ਸਵੇਰ। 6 ਮਣ ਸ਼ਾਮੀ, 6 ਮਣ ਸਵੇਰ, 40 ਜਾਨਵਰਾਂ ਦਾ। ਹਾਂਜੀ। ਯਾਨੀ 240 ਕਿਲੋ ਸਵੇਰ ਤੇ 240 ਕਿਲੋ ਸ਼ਾਮੀ। ਹਾਂਜੀ। ਮਾਸ਼ਾਅੱਲਾ, ਠੀਕ ਹੀ ਹੈ। ਗਰਮੀ ਦਾ ਮੌਸਮ ਹੈ, ਗਰਮੀ ਵੈਸੇ ਜਾ ਰਹੀ ਹੈ ਹੁਣ, ਅੱਗੋਂ ਦੁੱਧ ਇਹਨਾਂ ਦਾ ਵਧੇਗਾ ਫਿਰ? ਬਿਲਕੁਲ, ਸਿਆਲੇ ਤੇ ਗਣਾ ਦੁੱਧ ਹੋ ਜਾਵੇ। ਇੱਕ ਗੱਲ ਦੱਸੋ, ਜਿਹੜੇ ਜਾਨਵਰ ਜ਼ਿਆਦਾ ਦੁੱਧ ਦਿੰਦੇ ਨੇ ਤੇ ਜਿਹੜੇ ਜਾਨਵਰ ਦੁੱਧ ਕਮ ਦਿੰਦੇ ਨੇ, ਇਹਨਾਂ ਦੀ ਖੁਰਾਕ ਵਿੱਚ ਕੋਈ ਫਰਕ ਰੱਖਿਆ ਜੇ ਕਿ ਸਾਰਿਆਂ ਦੀ ਖੁਰਾਕ ਇੱਕੋ ਜੈਸੀ ਹੈ? ਇੱਕੋ ਜੈਸੀ। ਇੱਕੋ ਜੈਸੀ ਹੈ? ਇੱਕੋ ਜੈਸੀ ਕਰੇ। ਤੇ ਜਿਹੜੇ ਇਹਨਾਂ ਦੇ ਜਾ ਨੇ, ਛੋਟੇ ਬੱਚੇ ਨੇ, ਉਹਨਾਂ ਨੂੰ ਪਾਲ ਕੇ ਜਵਾਨ ਕਰਦੇ ਹੋ ਕਿ ਜਦੋਂ ਛੋਟੇ ਹੀ ਹੁੰਦੇ ਨੇ ਉਦੋਂ ਸੇਲ ਕਰ ਛੱਡਦੇ ਹੋ? ਨਹੀਂ, ਜਵਾਨ ਕਰਦੇ ਆ, ਜੋਟੀਆਂ ਵਿੱਚ ਸੂਈਆਂ ਵਧੀਆਂ। ਤੇ ਜਿਹੜੇ ਕੱਟੇ ਹੁੰਦੇ ਨੇ ਉਹ ਕੱਟੇ ਵੇਚ ਲੈਣੇ ਨੇ। ਇਹ ਕਿੰਨੇ ਸਾਲ ਦੀ ਉਮਰ ਦੇ ਵਿੱਚ ਛੱਡਦੇ ਆ? ਉਹ 3-4 ਜਿਹਦਾ ਮਨ ਦਾ ਹੋਏ ਉਸ ਦੇਣਾ। ਮਨ ਦਾ ਘਟਾ ਕਿੰਨੇ ਦਾ ਸੇਲ ਹੋ ਜਾਂਦਾ? ਹੋ ਜਾਂਦਾ ਮਨ ਦਾ 10-12-15-20 ਹਜ਼ਾਰ ਮਨ ਦਾ। ਹਾਂਜੀ, 20 ਹਜ਼ਾਰ ਦਾ ਇੱਥੇ ਦੇ ਦੇ। ਤੁਹਾਡਾ ਮਾਸ਼ਾਅੱਲਾ 20 ਸਾਲ ਦਾ ਤਜਰਬਾ ਹੈ। 20 ਸਾਲਾ ਤਜਰਬੇ ਦੇ ਵਿੱਚ ਜਾਨਵਰਾਂ ਨੂੰ ਜ਼ਿਆਦਾਤਰ ਕਿਹੜੀ ਬਿਮਾਰੀ ਆਈ ਹੈ? ਆ ਸਭ ਬਿਮਾਰੀ ਤਾਂ ਇਹਨਾਂ ਨੂੰ ਕੋਈ ਨਹੀਂ, ਮੂੰਹ ਆ ਜਾਂਦਾ ਹੈ। ਮੂੰਹ ਖੁਰ ਆ ਜਾਂਦਾ ਹੈ। ਉਹਦਾ ਕੋਈ ਦੇਸੀ ਇਲਾਜ ਕਰਦੇ ਹੋ? ਹਾਂਜੀ, ਦੇਸੀ ਇਲਾਜ। ਕੀ ਦੇਸੀ ਇਲਾਜ ਉਹ ਦੱਸੋ, ਕਿਸੇ ਦਾ ਫਾਇਦਾ ਹੋਈਏ? ਉਹ ਆ ਨਹੀਂ, ਜੇ ਆਪਾਂ ਕਰਨੇ ਆ ਦਿਆ ਵੇ ਕੁਰਬਾਨੀ ਤੇ ਕੱਟੇ, ਉਹਨਾਂ ਦਾ ਜਿਹੜਾ ਖੂਨ ਹੈ ਉਹ ਵੀਟ ਦੇ ਪੈਰਾਂ ਤੇ ਮੂੰਹ ਖੁਰ ਨਹੀਂ ਆ, ਅੱਡੀ ਉੱਤੇ ਰੱਖ ਦੇ ਤਾਂ ਨਹੀਂ ਆਣਾ। ਅੱਡੀ ਕਿਹਦੇ ਉੱਤੇ ਰੱਖਣੀ ਹੈ? ਉਹ ਛੱਡ ਦੇ ਉੱਤੇ। ਅੱਛਾ, ਫਿਰ ਵੀ ਮੂੰਹ ਖੁਰ ਨਹੀਂ ਆਏਦੀ? ਮੋੜ ਹੀ ਨਹੀਂ ਆ। ਜਿਹੜੇ ਜਾਨਵਰ ਨੂੰ ਚੰਦੜੀ ਜਾਂ ਸਾਰੂ ਪਾਈਏ ਉਹਦਾ ਕੋਈ ਦੇਸੀ ਇਲਾਜ ਹੈ ਤੁਹਾਡੇ ਕੋਲ? ਨਹੀਂ, ਉਹਨੂੰ ਅਸਾਂ ਟੀਕੇ ਲੈਣੇ ਆ। ਟੀਕੇ ਲਾਉਂਦੇ ਹੋ? ਦੇਸੀ ਇਲਾਜ ਨਹੀਂ ਕਰਦੇ? ਨਹੀਂ, ਦੇਸੀ। ਤੇ ਇਹ ਜਿਹੜਾ ਆਮ ਰੂਟੀਨ ਚ ਇਹਨਾਂ ਨੂੰ ਮਿਰਚ ਮਸਾਲਾ ਦਿੰਦੇ ਹੋ, ਕਿਹੜੀ ਚੀਜ਼ ਦਿੰਦੇ ਹੋ ਤੇ ਕਿੰਨੀ ਦਿੰਦੇ ਹੋ? ਕੋਈ ਵਾਈਬਾਦੀ ਨਾ ਹੋਵੇ, ਉਹ ਜਨਾਬ ਮਰਚਾਂ ਹਰੀਆਂ, ਗੰਡੇ, ਅਦਰਕ, ਇਹ 3 ਚੀਜ਼ਾਂ। ਹੋਰ ਕੀ ਪਾਉਂਦੇ ਹੋ ਕਿ ਬਸ 3 ਚੀਜ਼ਾਂ ਹੀ? ਤੇ ਦੂਆ ਮਸਾਲਾ ਪਾਣਾ। ਮਸਾਲਾ ਕਿਹੜਾ? ਉਹ ਤੋਂ ਲੈ ਆਉਣਾ ਡਾਕਟਰ ਤੋਂ।
ਅੱਛਾ ਮਸਾਲਾ ਡਾਕਟਰ ਕੋਲ ਲੈ ਆਉਣਾ ਹੈ। ਹਾਂਜੀ ਮਿਰਚਾਂ ਅਦਰਕ ਤੇ ਗੰਡੇ ਦੱਸਿਆ ਜੇ, ਹਾਂਜੀ। ਕਿੰਨੀਆਂ ਮਿਰਚਾਂ ਤੇ ਕਿੰਨੇ ਗੰਡੇ ਤੇ ਕਿੰਨਾ ਅਦਰਕ ਲੈ ਕੇ ਇਹਨਾਂ ਨੂੰ ਮਿਕਸ ਕਰਦੇ ਹੋ? ਇਹ ਜਨਾਬ ਪਾ ਵਿੱਚ ਮਿਕਸ ਕਰਦੇ ਤੇ ਪਾ ਦਾ ਦੋ ਇੱਕ ਮੱਝ ਨੂੰ ਦੋ ਦੇ ਦੇਣੇ। ਅੱਛਾ ਹਾਂਜੀ ਕਿ ਕਿੰਨੇ ਦਿਨ ਬਾਅਦ? 8 ਵੇਲੇ। ਠੀਕ ਹੈ। ਜਿਹੜੀ ਮੱਝ ਦੁੱਧ ਘੱਟ ਦਿੰਦੀ ਹੋਏ ਹਾਂਜੀ ਉਹਨੂੰ ਕੀ ਖਵਾਲੀਏ ਕਿ ਦੁੱਧ ਜ਼ਿਆਦਾ ਦੇ? ਉਹਨੂੰ ਮਸਾਲਾ ਦੇਵੋ ਬਿਲਕੁਲ ਠੀਕ ਹੋ ਜਾਵੇ। ਮਸਾਲਾ ਜਿਹੜਾ ਦੱਸਿਆ ਜਾਈ ਦੇਣਾ ਹੈ? ਮਰਚ ਮਸਾਲਾ ਦੇ ਦਿਆ ਵਸਲ ਗੰਡੇ, ਉਹ ਵਾਈਬਾਦੀ ਨਹੀਂ ਹੁੰਦੀ। ਠੀਕ ਹੈ। ਹਾਂਜੀ ਕੁਛ ਮੱਝਾਂ ਹੁੰਦੀਆਂ ਨੇ ਕਿ ਉਹ ਹੀਟ ਵਿੱਚ ਨਹੀਂ ਹੁੰਦੀਆਂ, ਸੂਣ ਦੇ ਕਾਬਲ ਨਹੀਂ ਬਣਦੀਆਂ, ਹਾਂਜੀ। ਉਹਦਾ ਵੀ ਕੋਈ ਦੇਸੀ ਇਲਾਜ ਕਰਦੇ ਹੋ? ਜਿਹੜੀਆਂ ਬਣਦੀਆਂ ਨਹੀਂ ਹਨ ਜੀ ਉਹਨਾਂ ਦਾ ਹੀ ਇਲਾਜ ਹੈ ਜੀ। ਉਹਨਾਂ ਦਾ ਕੀ ਇਲਾਜ ਹੈ? ਇਲਾਜ ਉਹਨਾਂ ਨੂੰ ਟੀਕੇ ਤੋਂ ਬਚਾਓ ਤਾਂ ਬਿਲਕੁਲ ਗੱਭਣ ਟੀਕਾ ਗਰਮ ਹੁੰਦਾ ਹੈ, ਗੱਭਣਾ ਨਹੀਂ ਹੁੰਦੀਆਂ। ਅੱਛਾ ਯਾਨੀ ਕਿ ਜਿਹੜਾ ਟੀਕਾ ਲਾਉਂਦੇ ਨੇ ਇਹਦਾ ਨੁਕਸਾਨ ਹੈ ਵੀ ਕੋਈ ਗੱਭਣ ਨਹੀਂ ਹੁੰਦੀਆਂ? ਹਾਂਜੀ ਇਹਨੂੰ ਨੇ ਫਾਲੀ ਸੱਟ ਸੰਗਦੀਆਂ ਨੇ, ਇਹਦੇ ਨਾਲ ਨੁਕਸਾਨ ਹੈ ਦੁੱਧ ਸਾੜਦਾ। ਅਸਾਂ ਟੀਕਾ ਨਹੀਂ ਲਾਣਾ। ਤੇ ਤੁਸੀਂ ਮੱਝਾਂ ਨੂੰ ਖੁੱਲਾ ਛੱਡਿਆ, ਤੁਹਾਨੂੰ ਕੋਈ ਪਰੇਸ਼ਾਨੀ ਮੁਸ਼ਕਿਲ ਨਹੀਂ ਹੁੰਦੀ? ਆਪਸ 'ਚ ਭਿੜਦੀਆਂ ਨਹੀਂ ਭਿੜਦੀਆਂ, ਇਹ ਗਿੱਜੀ ਹੋਈਆਂ। ਤੇ ਖੁੱਲਾ ਛੱਡਣ ਦਾ ਕੀ ਫਾਇਦਾ ਹੁੰਦਾ ਤੁਹਾਨੂੰ? ਉਹ ਖੁੱਲਾ ਕੱਚੇ ਥਾਂ ਬਾਦੀਆਂ ਦੁੱਧ ਬਹੁਤਾ ਕਰਦੀਆਂ, ਦੁੱਧ ਬਣੇਦੀਆਂ ਨੇ। ਯਾਨੀ ਕਿ ਜਿਹੜੇ ਜਾਨਵਰ ਖੁੱਲੇ ਅੱਗੇ ਪਿੱਛੇ ਫਿਰਦੇ ਟੁਰਦੇ ਨੇ ਉਹ ਦੁੱਧ ਜ਼ਿਆਦਾ ਦਿੰਦੇ ਨੇ? ਉਹ ਦੁੱਧ ਜ਼ਿਆਦਾ ਦੇ। ਪਾਣੀ ਦਾ ਬੰਦੋਬਸਤ ਛੱਡ ਦੇ ਅੰਦਰ ਹੀ ਹੈ? ਅੰਦਰ ਆ ਕੁਰਲੀਆਂ ਬਣੀਆਂ ਹੋਈਆਂ ਨੇ, ਆ ਬਹੁਤ ਸੀਆਂ ਸਾਰੀਆਂ ਬਣੀਆਂ ਹੋਈਆਂ ਨੇ। ਪਾਣੀ ਉਦੋਂ ਛੱਡ ਦਿੱਤਾ, ਉਹ ਵਿੱਚ ਪੈਪ ਲੱਗੇ ਹੋਏ ਨੇ, ਅੱਗੂ ਖੋਲਦਾ ਗਿਆ। ਚੰਗੀ ਮੱਝ ਕਿਹੜੇ ਇਲਾਕੇ 'ਚ ਲੱਭਦੀ ਜੇ? ਇਹ ਚੰਗੀ ਮੱਝ ਰਾਵੀ ਨੀਲੀ ਦੀ ਮੱਝ ਹੈ। ਤੇ ਜਿਹੜੀ ਲੁੱਡਣ ਦੀ ਹੈ? ਲੁੱਡਣ ਦੀ ਬਹੁਤ ਚੰਗੀ ਹੈ, ਟੁਟਾਫ ਵਿੱਚ। ਤੇ ਇਹ ਲੁੱਡਣ ਦੀ ਕਿੱਥੋਂ ਮਿਲੇਦੀ? ਲੁੱਡਣ 'ਚ ਹੀ? ਲੁੱਡਣ ਚੁੱਤ ਦੇ ਹੱਥ 'ਚ ਲੱਭ ਜਾਂਦੀ ਹੈ ਡੀ ਸਲਾਮ ਦੀ। ਲੁੱਡਣ ਤੋਂ ਅੱਗੇ ਹੈ ਡੀ ਸਲਾਮ। ਤੁਸੀਂ ਆਪਣੇ ਕਾਰੋਬਾਰ ਦੇ ਮੁਤਲਕ ਕਾਫੀ ਜ਼ਿਆਦਾ ਗੱਲਾਂ ਦੱਸੀਆਂ ਨੇ, ਆਖਰੀ ਗੱਲ ਦੇ ਤੌਰ ਤੇ ਦੱਸੋ, ਅਗਰ ਕੋਈ ਭਰਾ ਹੈ ਕੰਮ ਕਰਨਾ ਚਾਹੁੰਦਾ ਹੈ, ਹਾਂਜੀ, ਤੁਹਾਡੇ ਪੁੱਤਰਾਂ ਪੰਜਾਬ ਵੀ ਵੇਖਦੇ ਹੋਣੇ ਨੇ ਤੁਹਾਡੀ ਵੀਡੀਓ, ਤੇ ਤੁਹਾਡਾ ਉਹਨਾਂ ਨੂੰ ਕੀ ਮਸ਼ਵਰਾ ਹੈ? ਇਹ ਕੰਮ ਕਿੰਜ ਕੀਤਾ ਜਾ ਸਕਦਾ ਹੈ? ਅਗਰ ਜ਼ਮੀਨ ਆਪਣੀ ਨਾ ਹੋਏ ਫਿਰ ਵੀ ਕੀਤਾ ਜਾ ਸਕਦਾ? ਥੋੜਾ ਮਸ਼ਵਰਾ ਦੇ ਖੜੋ। ਉਹ ਕੀਤਾ ਜਾਂਦਾ, ਉਹਨੂੰ ਮੁਸ਼ਕਿਲ ਥੋੜਾ ਜਿਹਾ ਘਾਟਾ ਹੀ ਪੈ ਜਾਂਦਾ। ਜਿਹੜੀ ਆਪਣੀ ਪੈੜੀ ਹੋਵੇ ਨਾ ਠੇਕੇ ਵਾਲੇ, ਦੁੱਧ ਦਗੂ ਨਾ ਵਿਕੇ, ਦੁੱਧ ਵਿਕਦਾ ਰਹੇ ਤੇ ਦਾ ਬੜਾ ਫਾਇਦਾ। 120 ਰੁਪਏ 30 ਰੁਪਏ ਕਿਲੋ ਹੈ, ਉਹੀ ਬੰਦਾ ਕਾਰੋਬਾਰ ਕਰ ਸਕਦਾ। ਠੇਕੇ ਤੇ ਬਾਤ ਹੈ ਤਾਂ ਹੀ ਇਹਨਾਂ ਦਾ ਬੜਾ ਫਾਇਦਾ। ਜੋਟੀਆਂ ਜਾਂ ਫਲ ਹੈ ਉਹ ਬੜੀ ਬਚਤ ਹੈ। ਤੇ ਅਗਰ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਉਹ ਸਜਰੀਆਂ ਸੂਈਆਂ ਮੱਝਾਂ ਲੇ? ਹਾਂਜੀ, ਝੋਟੀਆਂ ਲੇ ਜਾਂ ਫੰਡਰ ਮੱਝਾਂ ਲੇ? ਨਹੀਂ ਸਜੀਆਂ ਮੱਝਾਂ ਲਵੇ, ਉਹਨੂੰ ਦੁੱਧ ਦੇ 'ਚ ਫਾਇਦਾ ਹੈ। ਜੀ ਅੰਕਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਆਪਣੇ ਕਾਰੋਬਾਰ ਦੇ ਮੁਤਲਕ ਬੜੀ ਅੱਛੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼।